ਇੱਥੇ ਕੁੜੀ 100% ਗਲਤ ਵੀ ਹੋਵੇਗੀ ਪਰ ਕੁੜੀ ਦੀ ਸੁਣਵਾਈ ਹੋਵੇਗੀ। ਕਦੇ ਹੱਥ ਕੱਟ ਲੈਣਾ, ਕਦੇ ਦਰਵਾਜ਼ਾ ਆਪਣਾ ਬੰਦ ਕਰਕੇ ਬਹਿ ਜਾਣਾ, ਕਦੇ ਚਾਕੂ ਲੈ ਕੇ ਸੋ ਜਾਣਾ। ਮੇਰੀ ਸਿਸਟਰ, ਮੇਰੀ ਮਦਰ ਸਾਰੇ ਅਸੀਂ ਦਾਰੂ ਪੀ ਕੇ ਉਹਨੂੰ ਮਾਰਦੇ ਸੀ। ਇੱਥੇ ਤੱਕ ਕਿ ਸਾਡਾ ਜਿਹੜਾ ਪਿੰਡ ਦਾ ਪ੍ਰਧਾਨ ਉਹ ਵੀ ਉਹਨੂੰ ਆ ਕੇ ਮਾਰਦਾ ਸੀ। ਇਹਨਾਂ ਕੋਲ ਲਾਈਵ ਨਿਊਜ਼ ਹੈ ਨਾ, ਹੁਣ ਇਹਨਾਂ ਕੋਲ ਲਾਈਵ ਨਿਊਜ਼ ਹੀ ਬੈਠੇ ਔਰ ਆਪਣੀਆਂ ਭੈਣਾਂ ਦੀ ਵੀ ਵੇਟ ਕਰੇ ਹੁਣ ਉੱਥੇ ਬਾਹਰ ਆ ਕੇ ਉਹਨੇ ਸਾਈਡ 'ਚ ਕਿਹਾ ਕਹਿੰਦੇ ਫੋਨ 'ਚ ਰਿਕਾਰਡਿੰਗ ਨਾ ਕਰੀ, 20 ਲੱਖ ਦੇ ਤੇ ਆਪਣੀ ਗੱਲ ਖਤਮ ਕਰ ਜੇ ਜਾਨ ਛੁਡਾਣੀ ਹੈ। ਉਹਨੇ ਸੁਣਵਾਈ ਕੀਤੀ ਹੈ। ਮੈਂ ਮਨੀਸ਼ਾ ਗੁਲਾਟੀ ਮੈਡਮ ਦੇ ਮੇਲ ਤੇ ਵੀ ਕੀਤੀਆਂ, WhatsApp ਵੀ ਕੀਤੇ ਆ, ਬਹੁਤ ਮੈਸੇਜ ਕੀਤੇ। ਵਿਆਹ ਦਾ ਕਾਰਡ ਤੋਂ ਲੈ ਕੇ ਵੂਮਨ ਸੈਲ ਦੀ ਰਿਪੋਰਟ, CDP ਆਫਿਸ ਦੀ ਰਿਪੋਰਟ ਮੇਰੇ ਪੱਖ ਹੈ, ਪਰ ਮੇਰੀ ਕਿਤੇ ਸੁਣਵਾਈ ਨਹੀਂ ਹੋਈ। ਵੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਕੀ ਕਰੋਗੇ? ਮੈਮ ਲਾਸਟ ਟਾਈਮ ਮੈਂ ਫਿਰ ਸੁਸਾਈਡ ਕਰੂੰਗਾ ਉਹਨਾਂ ਦੇ ਘਰ ਦੇ ਅੱਗੇ। 30 ਤਰੀਕ ਤੱਕ ਅਗਰ ਮੈਨੂੰ ਕੋਈ ਜੇਲ੍ਹ 'ਚ ਕਰਦੇ ਜਾਂ ਕੁਛ ਹੈ ਤਾਂ ਮੈਂ ਉਹਨਾਂ ਦੇ ਘਰ ਦੇ ਸਾਹਮਣੇ ਸੁਸਾਈਡ ਕਰਕੇ ਦਿਖਾਊਂਗਾ। ਮੈਂ ਕੈਮਰਾਮੈਨ ਦੇ ਸਾਹਮਣੇ ਕਹਿ ਰਿਹਾ ਵਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਦਿਨੀ ਸਾਡੇ ਚੈਨਲ ਤੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਉਸ ਖਬਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਸਹੁਰਿਆਂ ਤੇ ਆਪਣੀ ਪਤਨੀ ਤੇ ਇਲਜ਼ਾਮ ਲਗਾਏ ਜਾਂਦੇ ਨੇ। ਉਸ ਨੌਜਵਾਨ ਦਾ ਕਹਿਣਾ ਸੀ ਕਿ ਉਸਦੇ ਸਹੁਰਿਆਂ ਵੱਲੋਂ ਉਸ ਨਾਲ ਧੋਖਾ ਕੀਤਾ ਗਿਆ ਤੇ ਡਿਪਰੈਸ਼ਨ ਦਾ ਸ਼ਿਕਾਰ ਇੱਕ ਲੜਕੀ ਨੂੰ ਜਿਹੜਾ ਕਿ ਉਸਦੇ ਗਲ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਕਾਫੀ ਤੰਗ ਪਰੇਸ਼ਾਨ ਹੈ ਤੇ ਅੱਜ ਦੀ ਤਾਰੀਖ ਦੇ ਵਿੱਚ ਉਹ ਦਰ-ਦਰ ਭਟਕਣ ਦੇ ਲਈ ਮਜਬੂਰ ਹੈ। ਤੇ ਇਸ ਤੋਂ ਬਾਅਦ ਕਈ ਸਾਨੂੰ ਨੌਜਵਾਨਾਂ ਵੱਲੋਂ ਸੰਪਰਕ ਕੀਤਾ ਗਿਆ ਕਿ ਉਹਨਾਂ ਦੇ ਨਾਲ ਵੀ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ ਨੇ ਤੇ ਉਹ ਵੀ ਚੈਨਲ ਤੇ ਆ ਕੇ ਆਪਣੀ ਕਹਾਣੀ ਬਿਆਨ ਕਰਨਾ ਚਾਹੁੰਦੇ ਨੇ। ਸੋ ਅਜੋਕੇ ਸਮੇਂ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ, ਇਹ ਵੀ ਇੱਕ ਸਵਾਲ ਬਣਦਾ ਹੈ। ਪਰ ਇੱਕ ਨੌਜਵਾਨ ਹੈ ਜਿਹੜਾ ਕਿ ਹਿਮਾਚਲ ਦਾ ਰਹਿਣ ਵਾਲਾ ਹੈ, ਕਰਨ ਇਸ ਦਾ ਨਾਮ ਹੈ। ਇਸ ਨੌਜਵਾਨ ਵੱਲੋਂ ਬਾਰ-ਬਾਰ ਸਾਨੂੰ ਮੈਸੇजेस ਕਰਕੇ, ਇਨਬਾਕਸ ਕਰਕੇ ਜਿਹੜਾ ਕਿ ਗੱਲ ਕਰਨ ਦੇ ਲਈ ਆਖਿਆ ਜਾ ਰਿਹਾ ਸੀ। ਸੋ ਅੱਜ ਇਹ ਨੌਜਵਾਨ ਮੇਰੇ ਨਾਲ ਹੈ, ਗੱਲਬਾਤ ਕਰਾਂਗੇ ਇਸ ਨੌਜਵਾਨ ਦੇ ਨਾਲ। ਆਖਿਰਕਾਰ ਇਸ ਨੌਜਵਾਨ ਦੇ ਨਾਲ ਕੀ ਹੋਇਆ? ਸਤਿ ਸ਼੍ਰੀ ਅਕਾਲ। ਨਮਸਕਾਰ ਮੈਮ। ਜੀ ਨਮਸਕਾਰ। ਕਰਨ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਇਸ ਕਹਾਣੀ ਬਾਰੇ ਗੱਲ ਕਰਾਂਗੇ ਕਿ ਤੁਹਾਡਾ ਵਿਆਹ ਕਦੋਂ ਹੋਇਆ ਸੀ ਤੇ ਕੀ ਪ੍ਰੋਬਲਮ ਆ ਰਹੀ ਹੈ। ਸਭ ਤੋਂ ਪਹਿਲਾਂ ਮੈਮ ਲੁਧਿਆਣਾ ਲਾਈਵ ਤੇ ਪ੍ਰਿਯੰਕਾ ਮੈਮ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੇ ਇੱਕ ਮੈਸੇਜ ਤੇ ਉਹਨਾਂ ਨੇ ਰਿਪਲਾਈ ਕੀਤਾ ਤੇ ਅੱਜ ਉਹਨਾਂ ਨੇ ਮੇਰੀ 24 ਘੰਟੇ ਦੇ ਵਿੱਚ ਉਹਨਾਂ ਨੇ ਮੇਰੀ ਗੱਲ ਸੁਣੀ ਤੇ ਅੱਜ ਮੈਂ ਉਹਨਾਂ ਦੇ ਰੂਬਰੂ ਹੈ। ਮੈਮ ਮੇਰਾ ਵਿਆਹ 13 ਦਸੰਬਰ 2018 ਨੂੰ ਹੋਇਆ ਸੀਗਾ। ਮੇਰੀ ਲਵ ਮੈਰਿਜ ਸੀਗੀ ਤੇ ਉਸ ਤੋਂ ਬਾਅਦ ਮੈਂ ਮੇਰੇ ਪਾਪਾ ਦੀ ਨਿਊਰੋ ਸਰਜਰੀ ਹੋਣ ਦੇ ਕਾਰਨ ਮੈਂ ਆਪਣੀ ਇੱਥੇ ਮਕੈਨੀਕਲ ਦੀ ਜੋਬ ਛੱਡ ਦਿੱਤੀ ਤੇ ਮੈਂ ਆਪਣੇ ਪਾਲਮਪੁਰ ਰਹਿਣ ਲੱਗ ਗਿਆ। ਉੱਥੇ ਮੈਰਿਜ ਹੋਣ ਤੋਂ ਬਾਅਦ ਅਸੀਂ ਮੈਰਿਜ ਉੱਥੇ ਹੋਈ ਸੀ ਮੈਮ ਪਾਲਮਪੁਰੀ। ਤੇ ਬਾਰ-ਬਾਰ ਘਰ ਵਾਲੀ ਕਹਿਣ ਲੱਗੀ ਮੇਰਾ ਇੱਥੇ ਮਨ ਨਹੀਂ ਲੱਗਦਾ, ਤੂੰ ਆਪਣੇ ਮਾਂ-ਬਾਪ ਨੂੰ ਛੱਡ ਕੇ ਲੁਧਿਆਣੇ ਰਹੋ ਆਪਣੇ ਘਰ ਵਿੱਚ, ਜੋ ਮੈਂ ਨਹੀਂ ਸੁਣੀ ਕਿਉਂਕਿ ਮੈਂ ਆਪਣੇ ਮਾਂ-ਬਾਪ ਨੂੰ ਨਹੀਂ ਛੱਡ ਸਕਦਾ ਸੀਗਾ ਕਿਉਂਕਿ ਪਹਿਲਾਂ ਹੀ ਉਹ ਆਪਰੇਸ਼ਨ ਤੋਂ ਬਿਮਾਰ ਸੀ। ਬਟ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹਦੀ ਆਪਣੀ ਮੰਮੀ ਨੂੰ ਕਾਲ ਕੀਤੀ ਕਿ ਇਹ ਨਹੀਂ ਸੁਣਦਾ ਪਿਆ। ਉਹਦੀ ਮੰਮੀ ਨੇ ਸਿੱਧਾ ਸਾਫ਼ ਧਮਕੀ ਦਿੱਤੀ, ਜੇ ਅਗਰ ਤੂੰ ਸਾਡੀ ਨਹੀਂ ਸੁਣੇਗਾ ਤਾਂ ਕੋਰਟ ਦੇ ਵਿੱਚ ਆ ਜਾ। ਆਪਣੀ ਡਾਕਟਰ ਨੂੰ ਸਮਝਾਉਣ ਤੋਂ ਇਲਾਵਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਬੇਟਾ ਤੂੰ ਆਪਣਾ ਘਰ ਵਿਸਾ। ਸਿਰਫ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਸਿਰਫ ਇੰਨੀ ਗੱਲ ਕੀਤੀ ਕਿ ਆਪਣਾ ਘਰ ਨਹੀਂ ਵਸਾਉਣਾ ਮੈਂ, ਤੂੰ ਸਿਰਫ ਕੋਰਟ 'ਤੇ ਆ ਜਾ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਅਸੀਂ ਨਹੀਂ ਸੁਣੀ। ਬਾਰ-ਬਾਰ ਘਰ ਵਸਾਉਣ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਮੇਰੇ ਘਰ ਦੇ ਵੱਲ ਆ ਕੇ ਲੜਾਈ ਝਗੜੇ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਬਟ ਬਾਰ-ਬਾਰ ਕੁੜੀ ਦੀ ਮਾਂ ਕਦੇ ਉਹਨੂੰ ਪੁਲਿਸ ਤੇ FIR ਦਰਜ ਕਰਵਾਉਣ ਨੂੰ ਕਹਿੰਦੀ ਸੀ, ਕਦੇ ਕੁਝ। ਬਾਰ-ਬਾਰ ਉਹਨੇ ਹੱਥ ਵੱਢ ਲੈਣੇ, ਕਦੇ ਹੱਥ ਕੱਟ ਲੈਣਾ, ਕਦੇ ਦਰਵਾਜ਼ਾ ਆਪਣਾ ਬੰਦ ਕਰਕੇ ਬਹਿ ਜਾਣਾ, ਕਦੇ ਚਾਕੂ ਲੈ ਕੇ ਸੋ ਜਾਣਾ। ਇੱਧਰ ਉਹਨੇ ਕੰਮ ਕਰਨੇ ਸਟਾਰਟ ਕਰਤੇ, ਜੋ ਆਸ ਪੜੋਸ ਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ। ਫਿਰ ਉਸ ਤੋਂ ਬਾਅਦ ਵੀ ਅਸੀਂ ਨਿਮਰਤਾ ਨਾਲ ਉਹਦੇ ਘਰਦਿਆਂ ਨਾਲ ਗੱਲ ਕੀਤੀ, ਪਰ ਉਹਦੇ ਘਰਦਿਆਂ ਦੀ ਮੰਮੀ ਨੇ ਇੱਕ ਹੀ ਗੱਲ ਕੀਤੀ, ਤੁਸੀਂ ਅਗਰ ਸਾਡੀ ਸੁਣਨੀ ਹੈ ਤਾਂ ਠੀਕ ਹੈ, ਨਹੀਂ ਤਾਂ ਕੋਰਟ ਦੇ ਵਿੱਚ ਆ ਜਾਓ। ਵੀ ਕੋਰਟ ਵਿੱਚ ਕੁੜੀ ਦੀ ਸੁਣਵਾਈ ਹੋਗੀ, ਤੁਸੀਂ ਜੋ ਮਰਜ਼ੀ ਕਰ ਲਓ। ਔਰ ਅੱਜ ਉਹੀ ਗੱਲ ਹੋ ਰਹੀ ਹੈ ਮੈਡਮ। ਪੁਲਿਸ ਦੀ FIR ਮੇਰੇ ਕੋਲ, ਵੂਮਨ ਸੈਲ ਦੀ ਰਿਪੋਰਟ ਮੇਰੇ ਪੱਖ ਸੀਗੀ, ਬਟ ਵੂਮਨ ਸੈਲ ਨੇ ਮੇਰੀ ਸੁਣਵਾਈ ਨਹੀਂ ਕੀਤੀ ਕਿਉਂਕਿ ਉਹਦੇ ਵਿੱਚ ਇਹੀ ਕਿਹਾ ਗਿਆ, ਵੂਮਨ ਸੈਲ ਦੇ ਵਾਲਿਆਂ ਨੇ ਬਾਹਰ ਲਿਜਾ ਕੇ ਸਾਈਡ 'ਤੇ ਮੈਨੂੰ ਇੰਨੀ ਗੱਲ ਕੇ ਕਹਿੰਦਾ ਬੇਟਾ ਇਹ ਵੂਮਨ ਸੈਲ ਹੈ, ਇੱਥੇ ਕੁੜੀ 100% ਗਲਤ ਵੀ ਹੋਵੇਗੀ ਪਰ ਕੁੜੀ ਦੀ ਸੁਣਵਾਈ ਹੋਵੇਗੀ। ਤੁਹਾਡੇ ਨਾਲ ਜੇ ਗੱਲ ਕਰਦੇ ਆ ਵੂਮਨ ਸੈਲ ਦੇ ਵਿੱਚ ਤੁਹਾਡੀ ਹੀ ਪਤਨੀ ਵੱਲੋਂ ਤੁਹਾਡੇ ਖਿਲਾਫ ਹੈ ਜਿਹੜੀ ਕਿ ਕੰਪਲੇਂਟ ਲਿਖਾਈ ਜਾਂਦੀ ਹੈ, ਉਸ ਕੰਪਲੇਂਟ ਦੇ ਵਿੱਚ ਕੀ ਦਰਜ ਕਰਵਾਇਆ ਜਾਂਦਾ? ਮੈਮ ਕੁਛ ਨਹੀਂ, ਔਰ 'ਚ ਲਿਖਿਆ ਸੀਗਾ ਵੀ ਸਾਡੇ ਵੱਲ 2 ਲੱਖ ਰੁਪਈਆ ਰਿੰਗ ਸੈਰਾਮਨੀ ਤੇ ਖਰਚਾ ਕੀਤਾ ਗਿਆ, ਜਦ ਕਿ ਸਾਰਾ 5000 ਰੁਪਈਆ ਨੂੰ ਲਾਇਆ ਗਿਆ। ਅੱਜ ਵੀ ਤੁਸੀਂ ਉਹ RFC ਜਿੱਥੇ ਹੈਗਾ ਬਹਾਦਰ ਕੇ ਰੋਡ 'ਤੇ ਉਹ ਜਾ ਕੇ ਦੇਖੋ, ਕੰਡੀਸ਼ਨ ਦੇਖਣ ਵਾਲੀ 5-7 ਹਜ਼ਾਰ ਦੇ ਉਹਨਾਂ 2 ਲੱਖ ਰੁਪਏ ਖਰਚਾ ਲਿਖਾਇਆ। 12 ਲੱਖ ਰੁਪਏ ਵਿਆਹ ਦੇ ਵਿੱਚ ਉਹਨਾਂ ਨੇ ਖਰਚਾ ਕੀਤਾ, ਜਦ ਕਿ ਉਹਨਾਂ ਕੋਲ ਇੱਕ ਮੈਰਿਜ ਦਾ ਕਾਰਡ ਨਹੀਂ ਛਪਵਾਇਆ, ਨਾ ਕੋਈ ਵੀਡੀਓਗ੍ਰਾਫੀ ਕੀਤੀ ਹੈ, ਨਾ ਕੋਈ ਲੇਡੀ ਸੰਗੀਤ ਕੀਤਾ ਹੈ। ਔਰ 4 ਦਿਨ ਨੂੰ ਵਿਆਹ ਨੂੰ ਰਹਿ ਕੇ ਸਿੱਧੀ ਮਾਂ ਮੁੱਕਰ ਗਈ ਕਿ ਅਸੀਂ ਵਿਆਹ ਨਹੀਂ ਕਰਨਾ, ਤੁਸੀਂ ਜੋ ਕਰਨਾ ਕਰ ਲਓ। ਅਸੀਂ ਫਿਰ ਵੀ ਕਿਹਾ ਚਲੋ ਮੈਡਮ ਕੋਈ ਗੱਲ ਨਹੀਂ, ਤੁਸੀਂ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਤੁਸੀਂ ਇੱਥੇ ਆਓ, ਤੁਸੀਂ ਆਪਣਾ ਕਰੋ। ਉੱਥੇ ਵਿਆਹ ਹੋਣ ਤੋਂ ਬਾਵਜੂਦ ਜਿਹੜਾ ਕੈਟਰਿੰਗ ਦਾ ਅਸੀਂ ਸਾਰਾ ਖਰਚਾ ਕੀਤਾ ਸੀ ਉਹ ਵੀ ਅਸੀਂ ਆਪ ਭਰਿਆ, ਉੱਥੋਂ ਵੀ ਉਹ ਮੁੱਕਰ ਗਏ ਕਿਉਂਕਿ ਇਹਨਾਂ ਦੀ ਸਭ ਪਲੈਨਿੰਗ ਸੀਗੀ। ਕਿਉਂਕਿ ਕੁੜੀ ਦੀ ਮੰਮੀ ਨੇ ਸੈਕਿੰਡ ਮੈਰਿਜ ਕੀਤੀ ਹੋਈ ਹੈ ਆਪਣੇ ਪਹਿਲੇ ਘਰ ਵਾਲੇ ਨੂੰ ਛੱਡ ਕੇ, ਉਹ ਰਹਿੰਦੀ ਹੁਣ ਦੂਸਰੇ ਕੋਲ। ਵਿਆਹ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਪਤਾ, ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਮੈਨੂੰ ਨਹੀਂ ਪਤਾ।
ਮੈਂ ਤਾਂ ਐਕਚੁਅਲ ਮਦਰ ਸਮਝ ਕੇ ਚਲੋ ਠੀਕ ਹੈ। ਉਹ ਤਾਂ ਤੁਸੀਂ ਹੁਣ ਇਲਜ਼ਾਮ ਲਗਾ ਰਹੇ ਹੋ ਕਿ ਉਹਨਾਂ ਦੀ ਮਦਰ ਹੈ ਜਿਹੜੀ ਕਿ ਉਸ ਦੇ ਪੱਖ ਦੇ ਵਿੱਚ ਆ ਕੇ ਲੜਕੀ ਬੋਲ ਰਹੀ ਹੈ, ਤੇ ਪਹਿਲਾਂ ਤੁਸੀਂ ਤਫਤੀਸ਼ ਨਹੀਂ ਸੀ ਕੀਤੀ, ਤੁਹਾਡੇ ਵੱਲੋਂ ਜਾਂਚ ਪੜਤਾਲ ਨਹੀਂ ਕੀਤੀ ਗਈ? ਨਹੀਂ, ਜਦੋਂ ਤੱਕ ਉਹ ਆਪਣੀ ਮਾਂ ਦੇ ਟੱਚ ਨਹੀਂ ਸੀ ਸਭ ਕੁਝ ਸਹੀ ਸੀ। ਮੈਂ ਲੜਕੀ ਨੂੰ ਹਜੇ ਵੀ ਨਹੀਂ ਗਲਤ ਨਹੀਂ ਬੋਲੂੰਗਾ। ਜਦੋਂ ਮੰਮੀ ਦੇ ਕੋਲ ਮੈਸੇਜ ਜਾਣ ਲੱਗ ਗਏ ਜਾਂ ਤੂੰ ਇੱਦਾਂ ਕਰ ਤੂੰ ਉੱਦਾਂ ਕਰ, ਕਾਨੂੰਨ ਤੇਰੇ ਪੱਖ ਹੈ, ਕਾਨੂੰਨ ਤੇਰੀ ਸੁਣੇਗਾ। और ਅੱਜ लड़की ਉਹੀ देख रही है कि मैं झूठे इल्जाम लगा के अज तक मेरे तो कोई FIR नहीं करवा सकिया। वूमेन सेल में गलत पै गई, मैं उत्थे भज भी गई, परवाने जारी होए, पुलिस वाले ने घरे जाके उन्हें फड़िया, फिर भी पुलिस वाले ने कुछ नहीं किया। इस करके उन्होंने हथ खुल गए कि कानून कुड़ी के पक्ष विच ही है। ਜਿਹੜੀ ਕੰਪਲੇਂਟ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਕੰਪਲੇਂਟ ਤੇ ਆਉਂਦੇ ਆ ਕਿ ਉਸ ਕੰਪਲੇਂਟ ਦੇ ਵਿੱਚ ਕੀ ਲਿਖਾਇਆ ਜਾਂਦਾ ਹੈ ਕਿ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਔਰ ਤੁਹਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪੈਸੇ ਮੰਗ ਮੈਮ ਇਹ ਲਿਖਿਆ ਕਿ ਮੇਰੀ ਸਿਸਟਰ ਮੇਰੀ ਮਦਰ ਸਾਰੇ ਅਸੀਂ ਦਾਰੂ ਪੀ ਕੇ ਉਹਨੂੰ ਮਾਰਦੇ ਸੀ, ਇੱਥੇ ਤੱਕ ਕਿ ਸਾਡਾ ਜਿਹੜਾ ਪਿੰਡ ਦਾ ਪ੍ਰਧਾਨ ਉਹ ਵੀ ਉਹਨੂੰ ਆ ਕੇ ਮਾਰਦਾ ਸੀ। ਇੰਨੀ ਵੱਡੀ ਗੱਲ ਲਿਖਾਈ, ਪਿੰਡ ਦਾ ਪ੍ਰਧਾਨ ਵੀ ਉਹਨੂੰ ਆ ਕੇ ਮਾਰਦਾ ਸੀ ਤੇ ਅਸੀਂ 12 ਲੱਖ ਰੁਪਏ ਖਰਚਾ ਕੀਤਾ ਤੇ ਮੈਂ ਆਪਣਾ ਘਰ ਵਸਾਉਣਾ ਚਾਹੁੰਦੀ ਹਾਂ। ਪਹਿਲੇ ਉੱਥੇ ਇਹ ਗੱਲ ਕਹੀ ਉਹਨੇ, ਬਟ ਜਦੋਂ ਉੱਥੇ ਬਹਿ ਕੇ ਗੱਲ ਕੀਤੀ ਗਈ ਘਰ ਵਸਾਉਣਾ ਚਾਹੁੰਦੀ ਹੈ ਤਾਂ ਉੱਥੇ ਉਹ ਨਾ ਨੁੱਕਰ ਕਰਨ ਲੱਗ ਗਈ ਤੇ ਉਹਨੇ ਕਿਹਾ ਤੁਸੀਂ ਸਾਈਡ 'ਚ ਜਾ ਕੇ ਬਾਹਰ ਗੱਲ ਕਰ ਲਓ, ਤੁਹਾਡੇ ਆਪਸ ਦੇ ਪਰਸਨਲ ਮੈਟਰ, ਤੁਸੀਂ ਵੂਮਨ ਸੈਲ ਨਾਲ ਲੈ ਕੇ ਆਓ। ਜਿਹੜੇ ਉੱਥੇ ਦੇ ਗੁਰਦੇਵ ਸਿੰਘ ਇੰਸਪੈਕਟਰ ਸੀਗੇ ਉਹਨਾਂ ਨੇ ਸਾਫ਼ ਗੱਲ ਕਹੀ, ਤੁਸੀਂ ਬਾਹਰ ਜਾ ਕੇ, ਬਾਹਰ ਆ ਕੇ ਉਹਨੇ ਸਾਈਡ 'ਚ ਕਿਹਾ ਕਹਿੰਦੇ ਫੋਨ 'ਚ ਰਿਕਾਰਡਿੰਗ ਨਾ ਕਰੀ, 20 ਲੱਖ ਦੇ ਦੇ ਤਾਂ ਆਪਣੀ ਗੱਲ ਖਤਮ ਕਰ ਜੇ ਜਾਨ ਛੁਡਾਣੀ ਹੈ। 20 ਲੱਖ ਰੁਪਈਆ ਮੰਗਿਆ ਤੇ ਅਸੀਂ ਮਤਲਬ ਅਸੀਂ ਤਾਂ ਲੜਾਂਗੇ, ਕੇਸ ਲੜਾਂਗੇ, ਕਿਉਂਕਿ ਅਸੀਂ ਸੱਚੇ ਸੀਗੇ। ਬਾਰ-ਬਾਰ ਤਰੀਕਾ ਪੈਂਦੇ ਅਸੀਂ ਵੂਮਨ ਸੈਲ ਆਉਂਦੇ ਰਹੇ ਤੇ ਮਤਲਬ ਉਹਨੇ ਆਉਣਾ ਛੱਡਤਾ। ਜਦੋਂ ਉਹਦੀ ਮੰਮੀ ਨੇ ਕਿਹਾ ਵੀ ਇਹਦੀ ਮਦਰ ਇਹਦੇ ਫਾਦਰ ਤੇ ਇਹਨੂੰ ਜੇਲ੍ਹ ਭੇਜੋ ਤਾਂ ਵੂਮਨ ਸੈਲ ਤੇ ਇੰਸਪੈਕਟਰ ਨੇ ਕਿਹਾ ਤੁਸੀਂ ਮੈਨੂੰ ਪ੍ਰੂਫ ਦਿਵੋ, ਤੁਸੀਂ 12 ਲੱਖ ਰੁਪਏ ਖਰਚਾ ਕੀਤਾ, ਵਿਆਹ ਦਾ ਕਾਰਡ ਦੇ ਦਿਓ ਜਾਂ ਕੁਝ ਸਬੂਤ ਦਿਵੋ ਜਾਂ ਤੁਸੀਂ ਦਹੇਜ ਦਿੱਤਾ ਉਹਦਾ ਕੋਈ ਬਿੱਲ ਦੇ ਦਿਓ। ਉਹਨਾਂ ਨੇ ਆਉਣਾ ਛੱਡਤਾ ਕਿਉਂਕਿ ਕੋਲ ਸਬੂਤ ਸੀਗਾ ਨਹੀਂ। ਉਹਨਾਂ ਨੇ ਸਾਰਾ 20 ਜਾਂ 30 ਹਜ਼ਾਰ 'ਚ ਵਿਆਹ ਕੀਤਾ ਹੈ ਤੇ ਅੱਜ ਉਹਨਾਂ ਕੋਲ ਕੋਈ ਪ੍ਰੂਫ ਮੰਗੋ, ਉਹਨਾਂ ਕੋਲ ਵਿਆਹ ਦਾ ਕਾਰਡ ਤੱਕ ਨਹੀਂ ਹੈਗਾ ਮੈਮ ਉਹਨਾਂ ਕੋਲ, ਤੇ ਉੱਥੋਂ ਭੱਜ ਗਏ। ਉਹਨਾਂ ਨੇ 6 ਮਹੀਨੇ ਆਉਣਾ ਬੰਦ ਕਰਤਾ। ਮੈਂ ਹਰ ਤਰੀਕ ਤੇ ਪਹੁੰਚਦਾ ਰਿਹਾ। ਲਾਸਟ ਤੇ ਜਦੋਂ ਆ ਕੇ ਉਹਨੂੰ ਕਿਸੇ ਬਾਹਰ ਸ਼ੋਪਿੰਗ ਕਰਦੇ ਫੜਿਆ ਗਿਆ, ਪੁਲਿਸ ਵਾਲਿਆਂ ਨੇ ਫੜਿਆ ਤੇ ਉਹਨੇ ਉੱਥੇ ਲਿਖ ਕੇ ਦਿੱਤਾ ਕਿ ਮੈਂ ਡਿਵੋਰਸ ਲੈਣਾ ਚਾਹੁੰਦੀ ਹਾਂ, ਮੈਂ ਆਪਣੇ ਹਸਬੈਂਡ ਨਾਲ ਨਹੀਂ ਰਹਿਣਾ ਚਾਹੁੰਦੀ। ਤੁਸੀਂ ਵੀ ਇੰਨੇ ਜ਼ਿਆਦਾ ਤੰਗ ਪਰੇਸ਼ਾਨ ਹੋ, ਡਿਵੋਰਸ ਦੀ ਮੰਗ ਤੁਹਾਡੀ ਵਾਈਫ ਕਰ ਰਹੀ ਹੈ, ਸੋ ਫਿਰ ਡਿਵੋਰਸ ਕਿਉਂ ਨਹੀਂ ਲੈਂਦੇ ਹੁਣ? ਤੁਹਾਡੇ ਕੀ ਮਤਲਬ ਪ੍ਰੋਬਲਮ ਆ? ਮੈਮ ਡਿਵੋਰਸ ਉਹ ਤਾਂ ਸਿਰਫ ਵੂਮਨ ਸੈਲ ਤੇ ਜਦੋਂ ਗਲਤ ਪੈ ਗਈ ਉਸ ਤੇ ਪਿੱਛਾ ਛੁਡਾਉਣ ਵਾਲੀ ਗੱਲ ਸੀਗੀ। ਹਾਰ ਕੇ ਉਹਨੇ ਡੋਮੈਸਟਿਕ ਵਾਇਲੈਂਸ ਤੇ ਮੇਰੇ ਤੇ CRPC 125 ਖਰਚੇ ਦਾ ਕੇਸ ਲਗਾਤਾ। ਡਿਵੋਰਸ ਲੈਣਾ ਸੀ ਤਾਂ ਖਰਚੇ ਦਾ ਕੇਸ ਕਿਉਂ ਲਗਾਇਆ? ਸਿਰਫ ਸਾਰੀ ਪਲੈਨਿੰਗ ਸੀ ਸਾਡਾ ਘਰ ਹੜੱਪਣ ਵਾਲੀ। ਅੱਜ ਤੁਹਾਡੇ ਸਾਹਮਣੇ ਅੱਜ ਮੈਂ ਇੱਥੇ ਆਇਆ, ਮੇਰੇ ਤੋਂ ਕੋਈ 1 ਘੰਟੇ ਪਹਿਲੇ ਇੱਥੇ ਆਉਣ ਤੋਂ ਪਹਿਲੇ। ਕਿੱਥੋਂ ਆਏ ਹੋ ਇੱਥੇ? ਮੈਮ ਪਾਲਮਪੁਰ ਹਿਮਾਚਲ ਪ੍ਰਦੇਸ਼ ਤੋਂ ਆਇਆ ਮੈਂ ਤੇ ਮੇਰਾ ਘਰ ਇੱਥੇ ਰਿਸ਼ੀ ਨਗਰ ਤੇ ਹੈਗਾ। ਪੁਲਿਸ ਲੈ ਕੇ ਉੱਥੇ ਆ ਗਈ ਉਹ ਤੇ ਵੀ ਉੱਥੇ ਪੁਲਿਸ ਵਾਲੇ ਬੋਲਣ ਲੱਗੇ ਤੁਹਾਨੂੰ ਘਰ ਸੇਲ ਕਰਨਾ ਪੈਣਾ, ਇਹ ਹੈ। ਤੇ ਹੁਣ ਉਹਨਾਂ ਨੇ ਕੀ ਕੀਤਾ, ਉਹਦਾ ਭਰਾ ਦੀ ਥੋੜੀ ਪਹੁੰਚ ਹੋਣੀ ਆ, ਗੁੰਡੇ ਲੈ ਕੇ ਇਸ ਟਾਈਮ ਬੈਕ ਤੇ ਇਸ ਟਾਈਮ ਉੱਥੇ ਉਹ ਖੜੇ ਹੋਏ ਨੇ ਕਿ ਇੱਥੇ ਆਵੇ ਤੈਨੂੰ ਫੜੀਏ। ਬਾਰ-ਬਾਰ ਗੁੰਡੇ ਲਿਆ ਕੇ ਧਮਕਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਸਾਹਮਣੇ ਨਹੀਂ ਆਉਂਦੇ ਉਹ ਕਦੀ ਵੀ। ਕਿਉਂ ਨਹੀਂ ਆਉਂਦੇ? ਉਹਨਾਂ ਨੂੰ ਪਤਾ ਸੀ ਕੱਲ੍ਹ ਵੀ ਕਿਤੇ ਹੋਰ ਇਹੀ ਕੰਮ ਕਰਨੇ ਆ। ਬਾਰ-ਬਾਰ ਸਾਨੂੰ ਤੰਗ ਕੀਤਾ ਜਾਂਦਾ ਮੈਮ। ਹਰ ਸਬੂਤ ਮੇਰੇ ਕੋਲ ਹੈ, ਵਿਆਹ ਦਾ ਕਾਰਡ ਤੋਂ ਲੈ ਕੇ ਵੂਮਨ ਸੈਲ ਦੀ ਰਿਪੋਰਟ, CDP ਆਫਿਸ ਦੀ ਰਿਪੋਰਟ ਮੇਰੇ ਪੱਖ ਹੈ, ਬਟ ਮੇਰੀ ਕਿਤੇ ਸੁਣਵਾਈ ਨਹੀਂ ਹੋਈ। ਕੋਰਟ 'ਚ ਵੀ ਸਾਰੇ ਸਬੂਤ ਦੇਣ ਦੇ ਬਾਵਜੂਦ ਵੀ ਮੇਰੀ ਕੋਰਟ ਨੇ ਸੁਣਵਾਈ ਨਹੀਂ ਕੀਤੀ। ਹਾਰ ਕੇ ਮੈਂ ਲੁਧਿਆਣਾ ਲਾਈਵ ਦੇ ਸਾਹਮਣੇ ਇਸ ਲਈ ਆਇਆ ਅੱਜ। ਮੈਂ ਜਦੋਂ ਤੁਸੀਂ ਆਫਿਸ ਦੇ ਵਿੱਚ ਆਏ ਤਾਂ ਤੁਸੀਂ ਰੋ ਰਹੇ ਸੀ, ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਸੀ। ਘਰੋਂ ਤੁਸੀਂ ਆਉਂਦੇ ਹੋ ਆਪਣੇ ਲੁਧਿਆਣਾ ਦੇ ਘਰ ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ ਉੱਥੋਂ ਉਹ ਤੁਹਾਡਾ ਆਪ ਦਾ ਘਰ ਹੈ, ਔਰ ਉੱਥੇ ਜਦੋਂ ਤੁਸੀਂ ਪਹੁੰਚਦੇ ਹੋ ਤਾਂ ਕੀ ਵਰਤਾਵ ਕੀਤਾ ਜਾਂਦਾ? ਡਰ ਗਏ ਸੀ ਤੁਸੀਂ? ਕੀ ਹੋਇਆ? ਡਰ ਗਿਆ ਨਹੀਂ ਮੈਮ, ਬਾਰ-ਬਾਰ ਪੁਲਿਸ ਲੈ ਕੇ ਆਣੀ। ਅਸੀਂ ਇਹਨਾਂ ਕੰਮਾਂ 'ਚ ਕਦੇ ਪਏ ਹੀ ਨਹੀਂ ਮੈਮ, ਕਦੀ ਵੂਮਨ ਅਸੀਂ ਪੁਲਿਸ ਦੇਖੀ ਨਹੀਂ ਆਪਣੇ ਬਚਪਨ ਤੋਂ ਲੈ ਕੇ ਇੰਨੀ ਉਮਰ ਤੱਕ। ਉਹਨਾਂ ਨੇ ਕਿਹਾ ਤੁਹਾਡਾ ਘਰ ਸੇਲ ਕਰ ਦੇਣਾ, ਇਹਦਾ ਜਿਹੜਾ ਖਰਚਾ ਬਣਦਾ ਇਹਨੂੰ ਦੇਣਾ ਪੈਣਾ। ਮੈਨੂੰ ਉਸ ਟਾਈਮ ਵੀ ਉੱਥੇ ਸਮਝਾਇਆ, ਮੈਂ ਕਿਹਾ ਮੇਰੀ ਘਰ ਵਾਲੀ ਦਾ ਸ਼ੱਕ ਸੀ, ਮੈਂ ਕਿਹਾ ਹਜੇ ਹੀ ਸੋਚ ਲੈ। ਉਹ ਕਹਿੰਦੀ ਤੂੰ ਜੋ ਕਰਨਾ ਕਰ ਲੈ, ਕਹਿੰਦੀ ਬਸ ਜੋ ਕਰਨਾ ਕਰ ਲੈ। ਉਹਨੂੰ ਪਤਾ ਕਿ ਕਾਨੂੰਨ ਮੇਰੇ ਪੱਖ ਹੈ, ਚਾਹੇ ਗਲਤ ਵੀ ਪੈ ਜਾਊਗੀ, ਮੈਨੂੰ 500 ਰੁਪਏ ਜੁਰਮਾਨਾ ਪਏਗਾ, ਮੈਂ ਛੁੱਟ ਜਾਊਂਗੀ। ਕੀ ਕਾਰਵਾਈ ਦੀ ਹੁਣ ਮੰਗ ਕਰਦੇ ਹੋ? ਕਿਉਂਕਿ ਤੁਹਾਡੀ ਵਾਈਫ ਦੇ ਖਿਲਾਫ ਜਿਹੜੇ ਕਿ ਇਲਜ਼ਾਮ ਹੈ ਤੁਹਾਡੇ ਤੇ ਹੀ ਲਗਾ ਦਿੱਤੇ ਜਾ ਰਹੇ ਨੇ, ਡਿਵੋਰਸ ਵੀ ਕਿਹਾ ਜਾ ਰਿਹਾ ਤੇ ਦੂਜੇ ਪਾਸੇ ਖਰਚੇ ਦੀ ਮੰਗ ਕੀਤੀ ਜਾਂਦੀ ਹੈ, ਸੋ ਕੀ ਕਹਿੰਦੇ ਹੋ ਕਿ ਕੀ ਕਾਰਵਾਈ ਦੀ ਮੰਗ? ਮੈਂ ਇਹੀ ਦੱਸਣਾ ਚਾਹੁੰਦਾ ਵਾਂ ਲੁਧਿਆਣਾ ਲਾਈਵ ਦੇ ਮਾਧਿਅਮ ਨਾਲ ਕਿ ਮੁੰਡਿਆਂ ਦੀ ਸੁਣਵਾਈ ਨਾ ਕੋਰਟ 'ਚ ਹੈ ਨਾ ਵੂਮਨ ਸੈਲ 'ਚ ਹੈ। ਉਹ ਪੁਲਿਸ ਵਾਲਾ ਜਿਹੜੇ ਨਾਲ ਆਏ ਸੀ ਉਹਨੂੰ ਪ੍ਰੂਫ ਵੀ ਦਿਖਾਏ। ਮੈਂ ਕਿਹਾ ਦੇਖੋ ਸਰ ਆਹ ਦੇਖੋ ਚੀਜ਼, ਉਹਨੇ ਸਾਫ਼ ਕਹਿੰਦਾ ਮੈਨੂੰ ਨਹੀਂ ਪਤਾ, ਕਹਿੰਦਾ ਖਰਚੇ ਦੇ ਆ ਤੁਸੀਂ ਦੇਵੋ ਬਸ। ਮਤਲਬ ਸਾਰੇ ਮੁੰਡੇ ਦੀ ਗੱਲ ਸੁਣ ਕੇ ਖਰਚਾ ਜਿਹੜਾ ਕਿ ਤੁਹਾਡੇ ਕੋਲ ਮੰਗਿਆ ਜਾ ਰਿਹਾ, ਤੁਹਾਡੀ ਮੰਥਲੀ ਇਨਕਮ ਕਿੰਨੀ ਕੁ ਹੈ? ਮੈਂ ਹਜੇ ਕੰਮ ਕਰ ਹੀ ਨਹੀਂ ਰਿਹਾ ਕਿਉਂਕਿ ਜਿਹੜਾ ਹਿਮਾਚਲ ਹੈ ਮੈਂ ਬਹੁਤ ਥੋੜੀ ਸਟੇਟ ਹੈ ਜਿੱਥੇ ਵਿਜ਼ਿਟਰ ਆਉਣਗੇ ਤਾਂ ਹੀ ਕੰਮ ਹੋਵੇਗਾ। ਮੈਂ ਪਹਿਲਾਂ ਸਲੂਨ ਦਾ ਕੰਮ ਕਰਦਾ ਸੀਗਾ ਤੇ ਮੇਰਾ ਉੱਥੇ ਇੱਥੋਂ ਮਕੈਨੀਕਲ ਦੀ ਜੋਬ ਕਰਨ ਤੋਂ ਛੱਡਣ ਤੋਂ ਬਾਅਦ ਮੈਂ ਸਲੂਨ ਦਾ ਕੰਮ ਕਰਨ ਲੱਗਾ। ਮੈਂ ਐਫੀਡੇਵਿਟ ਵੀ ਦਿੱਤਾ, 3500 ਰੁਪਏ ਮੈਨੂੰ ਮਿਲਦਾ ਸੀ, ਨਾਲ ਕੰਮ ਸਿਖਾਉਂਦੇ ਸੀ। ਇਹਨੇ ਆਪਣੀ ਝੂਠੀ ਪਟੀਸ਼ਨ 'ਚ 50,000 ਰੁਪਏ ਸੈਲਰੀ ਲਿਖੀ ਆ। 50,000 ਸੈਲਰੀ ਲੁਧਿਆਣੇ ਦੇ ਕਿਸੇ ਸਲੂਨ 'ਚ ਕਿਸੇ ਵਰਕਰ ਨੂੰ ਨਹੀਂ ਮਿਲਦੀ ਹੋਵੇਗੀ, ਪਰ ਜੱਜ ਉਸ 50,000 ਦੀ ਸੈਲਰੀ ਨੂੰ ਦੇਖ ਕੇ ਮੈਨੂੰ 7,000 ਰੁਪਏ ਅੱਜ ਖਰਚਾ ਲਗਾ ਦਿੱਤਾ ਹੈ।
7000 रुपया हिमाचल च स्किल्ड जो एक सरकारी सैल होंगी है स्किल्ड सैलरी 265 रुपये है मैम। तो वो हिसाब नाल देखा तो सारा 7-8 हज़ार रुपये बनता 7-8 हज़ार। ਜਿਹੜਾ ਕਿ ਕੋਰਟ ਵਾਲਾ ਫੈਸਲਾ ਹੈ ਕਿ ਤੁਹਾਡੇ ਹੱਕ 'ਚ ਨਹੀਂ ਆਇਆ, ਲੜਕੀ ਦੇ ਹੱਕ ਦੇ ਵਿੱਚ ਆਇਆ ਹੈ, ਤੇ ਹੁਣ ਕੋਈ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਮੰਨਿਆ ਜਾਂਦਾ ਹੈ ਕੋਰਟ ਤੋਂ ਉੱਪਰ ਕੁਝ ਵੀ ਨਹੀਂ ਹੈ। ਤੇ ਹੁਣ ਕੀ ਕਾਰਵਾਈ ਕੀ ਚਾਹੁੰਦੇ ਹੋ ਕਿ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਕੀ ਕਰੋ? मैम हजे मैम इन्होंने अरेस्ट वारंट कढ़न की की है, अज भी पुलिस कराई। मैं तो अपने जजिस से जो भी वकील या मैं महिला सैल है या पुलिस कोई भी है एक बार मेरे सबूत देख के उन्होंने कार्रवाई तो करन। अगर मैं गलत पे आ गया तो मैं जो सज़ा या कुछ भी है जो भी कानून के ऑर्डर होंगे मैं मंजूर है, पर एक बार मेरे जो सबूत है जो एक बार देखे तो जाए। उन्होंने कुड़ी हर जगह कहती मैं डिवोर्स लेना चाहती, मैं रहना नहीं चाहती, तो क्यों फिर मैं CRPC 125 के केस च जो CRPC जो खर्चा लग्या मैं मैਡੀਏਸ਼ਨ करवाई। मैਡੀਏਸ਼ਨ ਦੇ ਵਿੱਚ ਵੀ ਉਹਨੇ ਜਦੋਂ ਬੈਠੇ ਮੈਡੀਏਸ਼ਨ ਦੇ ਵਿੱਚ ਵਕੀਲ ਦੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ। ਉਹਦੇ ਵਕੀਲ ਨੇ ਉੱਥੇ ਆ ਕੇ ਦਖਲਅੰਦਾਜ਼ੀ ਕੀਤੀ ਕਿ ਸਾਡੀ ਕਲਾਇੰਟ ਜਿਹੜਾ ਵਾ ਜਦ ਕਿ ਉਹ ਮਾਮਾ ਉਹਦਾ ਉਹ ਕਹਿੰਦਾ ਮੈਂ ਮਾਮਾ ਮੇਰੀ ਭਾਣਜੀ ਘਰ ਨਹੀਂ ਵਸਾਵੇਗੀ, ਮੇਰੀ ਭਾਣਜੀ ਖਰਚਾ ਹੀ ਲਵੇਗੀ, ਇੰਨੀ ਵੱਡੀ ਗੱਲ ਕਹਿ ਗਿਆ ਉੱਥੇ। ਤੇ ਜਿਹੜੀ ਮੈਡਮ ਉੱਥੇ ਬੈਠੀ ਸੀ ਮਨਜੀਤ ਕੌਰ ਜੋ ਮੈਡੀਏਸ਼ਨ ਦੇ, ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਤਾਂ ਤੁਸੀਂ ਇਹ ਪੱਖ 'ਚ ਨਹੀਂ ਬੋਲ ਸਕਦੇ ਹੋ, ਇੱਥੇ ਕੁੜੀ ਤੇ ਮੁੰਡਾ ਬੈਠ ਕੇ ਹੀ ਗੱਲ ਹੁੰਦੀ ਹੈ ਮੈਡੀਏਸ਼ਨ ਸੈੱਲ ਦੇ ਵਿੱਚ। ਬਟ ਉਹਦਾ ਵਕੀਲ ਉਦੋਂ ਤੱਕ ਨਹੀਂ ਉੱਠਿਆ ਜਦੋਂ ਤੱਕ ਉਹਦਾ ਵਕੀਲ ਉਹਨੂੰ ਨਾਲ ਨਹੀਂ ਲੈ ਗਿਆ। ਉਹਨੇ ਸਾਫ਼ ਇੰਨੀ ਗੱਲ ਕਹੀ ਮੇਰੀ ਭਾਣਜੀ ਜਾਂ ਮੇਰਾ ਕਲਾਇੰਟ ਜਦੋਂ ਤੱਕ ਇਹ ਘਰ ਨਹੀਂ ਵਸਾਵੇਗੀ ਸਿਰਫ ਖਰਚਾ ਹੀ ਲਵੇਗੀ। ਇਹ ਤੁਹਾਨੂੰ ਬਾਰ-ਬਾਰ ਕਰਨ ਜੀ ਪੁੱਛਣਾ ਚਾਹ ਰਹੀ ਹਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਜਿਹੜੇ ਕਿ ਲੜਕੀ ਖਿਲਾਫ ਕਾਰਵਾਈ ਨਹੀਂ ਹੁੰਦੀ ਹੈ। ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਕਾਨੂੰਨ ਹੈ ਜਿਹੜੇ ਕਿ ਲੜਕੀ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਨੇ। ਅਦਰਵਾਈਜ਼ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ ਜੇਕਰ ਕਾਰਵਾਈ ਕੀਤੀ ਜਾਂਦੀ ਹੈ ਤਾਂ ਲੜਕੇ ਤੇ ਹੀ ਕੀਤੀ ਜਾਂਦੀ ਹੈ। ਤੇ ਇਸ ਮੌਕੇ ਵੀ ਜੇਕਰ ਅਸੀਂ ਤੁਹਾਡੀ ਗੱਲ ਕਰ ਲਈਏ ਤਾਂ ਤੁਹਾਡੇ ਕੇਸ ਦੇ ਵਿੱਚ ਵੀ ਜਿਹੜਾ ਫੈਸਲਾ ਤੁਹਾਡੀ ਵਾਈਫ ਦੇ ਹੱਕ ਦੇ ਵਿੱਚ ਹੀ ਆਇਆ ਲੱਗਦਾ। ਸੋ ਉਸ ਫੈਸਲੇ ਤੋਂ ਤੁਸੀਂ ਵੀ ਨਾ ਖੁਸ਼ ਹੋ, ਤੁਹਾਡੇ ਪਰਿਵਾਰਕ ਮੈਂਬਰ ਵੀ ਨਾ ਖੁਸ਼ ਨੇ। ਹੁਣ ਉਹੀ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ, ਜੋ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਜਿਹੜੇ ਸਬੂਤ ਹੈ ਉਹ ਚੈੱਕ ਕਰ ਲਿੱਤੇ ਜਾਣ, ਸਭ ਕੁਝ ਦੇਖਣ ਤੋਂ ਬਾਅਦ ਵੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਕੀ ਕਰੋਗੇ? ਮੈਮ ਲਾਸਟ ਟਾਈਮ ਮੈਂ ਫਿਰ ਸਾਈਡ ਕਰੂੰਗਾ ਉਹਨਾਂ ਦੇ ਘਰ ਦੇ ਅੱਗੇ। ਮੈਂ ਸਾਹਮਣੇ ਕੈਮਰੇ ਸਾਹਮਣੇ ਕਹਿ ਰਿਹਾ ਕਿਉਂਕਿ ਜਦ ਕਾਨੂੰਨ ਹੀ ਨਹੀਂ ਸੁਣਦਾ ਪੁਲਿਸ ਲੈ ਕੇ ਕੁੜੀ ਮੈਂ ਘਰੇ ਆ ਸਕਦੀ ਹੈ। ਜਦ ਮੁੰਡਾ ਸਬੂਤ ਦੇ ਕੇ ਨਹੀਂ ਸੁਣੀ ਜਾਂਦੀ ਤਾਂ ਫਿਰ ਲਾਸਟ ਇਹੀ ਹੈ। ਇਹਦਾ ਜ਼ਿੰਮੇਵਾਰ ਸੁਰਿੰਦਰਜੀਤ ਸਿੰਘ ਮੱਕੜ, ਸੀਮਾ ਮੱਕੜ है, राजा सलूजा ਉਹਦਾ जीजा जो ਉਹਦੇ रिलेशन भी है शायद। मैं मूँह ਤੇ ਕਹਿੰਦਾ ਸਾਹਮਣੇ क्योंकि मेरे को चैट वगैरह सब कुछ ਪਿਆ है। मैं ये ਗੱਲਾਂ मीडिया सामने नहीं रखना चाहता कि कुड़ी ਦੀ ਗੱਲ है, बट अब ਅੱਜ मैं दुखी हो के ਗੱਲ ਕਹਿਣਾ ਚਾਹੁੰਦਾ। ਉਹਦੇ ਬਹੁਤ ਬਾਹਰ ਚੱਕਰ ਨੇ, बट मैं ਅੱਜ ਵੀ ਸ਼ੋਅ ਨਹੀਂ ਕਰਨਾ ਚਾਹੁੰਦਾ ਵਾਂ। ਮੈਂ ਕੋਰਟ ਦੇ ਸਾਹਮਣੇ ਵੀ ਸ਼ੋਅ ਕਰ ਦੇਣਾ ਚਾਹੁੰਦਾ ਸੀ, बट मैं ਇੱਕ ਮੀਡੀਆ ਇੱਕ ਇਨਸਾਨੀਅਤ ਤੌਰ ਤੇ ਮੈਂ ਇੱਕ ਉਹਨਾਂ ਨਾਲ ਪਿਆਰ ਨਾਲ ਮੈਨੂੰ ਕਿਹਾ ਜਿਹੜੀ ਗੱਲ ਨਿਬੇੜਨੀ ਹੈ ਆਰਾਮ ਨਾਲ ਨਿਬੇੜ ਲਓ, ਪਰ ਨਹੀਂ ਮੰਨੀ। ਪਰ ਕੱਲ੍ਹ ਨੂੰ ਜੇ ਮੇਰੇ ਨਾਲ ਤੇ ਕਾਰਵਾਈ ਹੁੰਦੀ ਹੈ ਮੈਨੂੰ ਜੇਲ੍ਹ ਹੁੰਦੀ ਹੈ। ਇਹ ਜੋ ਵੀ ਹੋ ਰਿਹਾ ਹੈ ਜੋ ਮੈਂ ਜੇਲ੍ਹ ਹੋ ਜਾਂਦੀ ਹੈ ਨਾ ਮੇਰੇ ਘਰ ਦੇ ਬਰਦਾਸ਼ਤ ਕਰਨ ਪਾਣਗੇ ਜਾਂ ਨਾ ਮੈਂ ਬਰਦਾਸ਼ਤ ਕਰ ਪਾਊਂਗਾ। ਇਸ ਡਿਪਰੈਸ਼ਨ 'ਚ ਮੇਰੇ ਘਰ ਦੇ ਤਾਂ ਵੈਸੇ ਹੀ ਮੈਮ ਚਲੇ ਜਾਣ ਕਿਉਂਕਿ ਮੇਰੇ ਪਾਪਾ ਨਿਊਰੋ ਸਰਜਰੀ ਦੇ ਪਹਿਲੇ ਹੀ ਮਰੀਜ਼ ਹੈਗੇ ਨੇ, ਮੰਮੀ BP ਦੀ ਮਰੀਜ਼ ਹੈਗੇ ਆ। ਉਹਨਾਂ ਨੇ ਇਹ ਗੱਲ ਸੁਣ ਕੇ ਸਾਡਾ ਮੁੰਡਾ ਜੇਲ੍ਹ ਗਿਆ ਉਹਨਾਂ ਤਾਂ ਪਹਿਲਾਂ ਹੀ ਮਰ ਜਾਣਾ। ਕੌਣ ਫੈਮਿਲੀ ਦੇ ਵਿੱਚ ਕੌਣ? ਮੈਮ ਮੇਰੇ 2 ਸਿਸਟਰ ਨੇ, ਉਹਨਾਂ ਦੀ ਮੈਰਿਜ ਹੋ ਗਈ ਹੈ, ਮਦਰ ਫਾਦਰ ਤੇ ਮੈਂ, ਮੇਰੇ 2 ਸਿਸਟਰ ਨੇ। ਜਿਹੜੀ ਕਿ ਤੁਹਾਡੀ ਤਕਰਾਰ ਤੁਹਾਡੀ ਫੈਮਿਲੀ ਦੇ ਵਿੱਚ ਸ਼ੁਰੂ ਹੁੰਦੀ ਹੈ ਵਿਆਹ ਤੋਂ ਬਾਅਦ 2 ਮਹੀਨਿਆਂ ਤੋਂ ਬਾਅਦ ਲੜਕੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਤੂੰ ਪਾਲਮਪੁਰ ਛੱਡ ਕੇ ਮੇਰੇ ਨਾਲ ਲੁਧਿਆਣੇ ਜਾ ਕੇ ਫਸ ਤੇ ਉੱਥੇ ਮੈਂ ਰਹਿਣਾ ਚਾਹੁੰਦੀ ਆ। ਸੋ ਤੁਸੀਂ ਉੱਥੇ ਵੀ ਰਹਿਣਾ ਚਾਹੁੰਦੀ ਮੈਮ, ਉਹ ਸਿਰਫ ਪਲੈਨਿੰਗ ਹੈ। ਗੱਲ ਸਾਰੀ ਇਹ ਹੈ ਕਿ ਘਰ ਕਿਉਂਕਿ ਉਹਦੀ ਮੰਮੀ ਨੇ ਉਹਨੂੰ ਕੱਢਿਆ ਹੋਇਆ ਘਰੋਂ, ਉਹ ਰਹਿੰਦੀ ਆਪਣੇ ਫਸਟ ਫਾਦਰ ਕੋਲ, ਉਹ ਰਹਿੰਦੀ ਕਿਰਾਏ ਤੇ। ਉਹਨਾਂ ਨੂੰ ਅਸੀਂ ਕਿਰਾਇਆ ਦਿੰਦੇ ਆ ਕਿਤੇ ਘਰ ਸਾਡੇ ਨਾਮ ਕਰ ਦੇਣਾ ਤੇ ਅਸੀਂ ਆਪਣੇ ਆਰਾਮ ਨਾਲ ਲਈਏ ਤੇ ਤੁਹਾਨੂੰ ਛੱਡ ਦੇਵਾਂਗੇ। ਇਹ ਸਾਰੀ ਪਲੈਨਿੰਗ ਸਿਰਫ ਘਰ ਪਿੱਛੇ ਇਹਨਾਂ ਦੀ। ਘਰ ਤਾਂ ਮੈਂ ਵੀ ਨਹੀਂ ਛੱਡਣ ਲੱਗਾ ਨਾ ਪੈਸੇ ਦਊਂਗਾ। ਕਿਹਦਾ ਨਾਮ ਕਿਹਦੇ ਨਾਮ? ਫਾਦਰ ਦੇ ਨਾਮ ਤੇ ਮੈਮ। ਤੇ ਉਹ ਸੋਚਦੇ ਕਿ ਇਹ ਘਰ ਸਾਨੂੰ ਦੇ ਦੇਣ ਤੇ ਇਹਨੂੰ ਛੱਡ ਦੇਵਾਂਗੇ। ਤੇ ਇਹ ਸਾਰੀ ਪਲੈਨਿੰਗ ਇਸੇ ਲਈ ਬਣਾਈ ਹੋਈ ਹੈ। ਤੇ ਕਾਨੂੰਨ ਕਿਸੇ ਨੇ ਨਹੀਂ ਮੇਰੀ ਸੁਣੀ, ਕੋਈ ਨਹੀਂ ਸੁਣ ਰਿਹਾ। ਮੈਂ ਲਾਸਟ ਫਿਰ ਇੱਕ ਵਾਰ ਇਹੀ ਕਹੂੰਗਾ ਅਗਰ ਜੇ ਮੇਰੀ ਸੁਣਵਾਈ ਨਹੀਂ ਕੀਤੀ, ਅਗਰ 30 ਤਰੀਕ ਤੱਕ ਅਗਰ ਮੈਨੂੰ ਕੋਈ ਜੇਲ੍ਹ 'ਚ ਕਰਦੇ ਜਾਂ ਕੁਛ ਹੈ ਤਾਂ ਮੈਂ ਉਹਨਾਂ ਦੇ ਘਰ ਸਾਹਮਣੇ ਸੁਸਾਈਡ ਕਰਕੇ ਦਿਖਾਊਂਗਾ। ਮੈਂ ਕੈਮਰਾਮੈਨ ਦੇ ਸਾਹਮਣੇ ਕਹਿ ਰਿਹਾ ਵਾਂ ਕਿਉਂਕਿ ਮੇਰੀ ਨਾ ਵੂਮਨ ਸੈੱਲ ਨੇ ਸੁਣਵਾਈ ਕੀਤੀ ਹੈ। ਮੈਂ ਮਨੀਸ਼ਾ ਗੁਲਾਟੀ ਮੈਡਮ ਦੇ ਮੇਲ ਤੇ ਵੀ ਕੀਤੀਆਂ, WhatsApp ਵੀ ਕੀਤੇ ਆ, ਬਹੁਤ ਮੈਸੇਜ ਕੀਤੇ, ਪਰ ਕਿਸੇ ਨੇ ਮੇਰਾ ਰਿਸਪੌਂਸ ਨਹੀਂ ਦਿੱਤਾ ਕਿਉਂਕਿ ਮੈਂ ਮੁੰਡਾ ਹੈ। ਅਗਰ ਇਹੀ ਕੋਈ ਕੁੜੀ 2 ਅਥਰੂ ਵਹਾ ਕੇ ਆਪਣਾ ਦਿਖਾ ਦਿੰਦੀ ਤਾਂ ਸਾਰੇ ਪੁਲਿਸ ਲੈ ਕੇ ਮੀਡੀਆ ਸਭ ਪੁੱਜ ਜਾਂਦੀ ਹੈ। ਪਰ ਮੈਂ ਲੁਧਿਆਣਾ ਲਾਈਵ ਦਾ ਫਿਰ ਸ਼ੁਕਰਗੁਜ਼ਾਰ ਕਰਦਾ, ਉਹਨਾਂ ਨੇ ਮੇਰੀ ਗੱਲ ਸੁਣੀ ਹੈ। 24 ਘੰਟੇ ਦੇ ਵਿੱਚ ਉਹਨਾਂ ਨੇ ਮੇਰੀ ਗੱਲ ਸੁਣ ਕੇ ਆਪਣੇ ਲੁਧਿਆਣਾ ਲਾਈਵ ਚੈਨਲ ਦੇ ਮਾਧਿਅਮ ਨਾਲ ਮੇਰੀ ਗੱਲ ਰੱਖੀ ਹੈ। ਬਟ ਮੈਂ ਬਾਰ-ਬਾਰ ਇਹੀ ਗੱਲ ਕਹੂੰਗਾ ਮੇਰੀ ਸੁਣਵਾਈ ਨਹੀਂ ਕੀਤੀ ਗਈ। ਮੈਂ ਅੱਜ ਵੀ ਮਨੀਸ਼ਾ ਗੁਲਾਟੀ ਮੈਡਮ ਦੇ ਅੱਗੇ ਦਰਖਾਸਤ ਕਰਨਾ ਚਾਹੁੰਦਾ ਅਗਰ ਉਹ ਜੇ ਮੇਰੀ ਵੀਡੀਓ ਦੇਖਦੇ ਨੇ ਮੇਰੇ ਸੁਣਵਾਈ ਕਰਨ ਤੇ ਮੇਰੇ ਜੋ ਵੀ ਪ੍ਰੂਫ ਨੇ ਇੱਕ ਵਾਰ ਦੇਖ ਕੇ ਅਗਰ ਮੈਂ ਗਲਤ ਪਾਇਆ ਜਾਂਦਾ ਤਾਂ ਮੇਰੇ ਸਜ਼ਾ ਕਰਨ। ਅਗਰ ਜੇ ਕੁੜੀ ਪਕਸ਼ ਗਲਤ ਪਾਇਆ ਜਾਂਦਾ ਤਾਂ ਮੈਨੂੰ ਇਨਸਾਫ ਦਿਲਾਇਆ ਜਾਵੇ ਬਸ।
ਸੋ ਇਸ ਨੌਜਵਾਨ ਕਰਨ ਦੇ ਨਾਲ ਅਸੀਂ ਗੱਲਬਾਤ ਕੀਤੀ। ਨੌਜਵਾਨ ਆਪਣੇ ਆਪ ਨੂੰ ਹਿਮਾਚਲ ਪ੍ਰਦੇਸ਼ ਪਾਲਮਪੁਰ ਦਾ ਰਹਿਣ ਵਾਲਾ ਦੱਸ ਰਿਹਾ ਤੇ ਇਸ ਨੌਜਵਾਨ ਦਾ ਇਹ ਵੀ ਕਹਿਣਾ ਹੈ ਕਿ ਲੁਧਿਆਣੇ ਦੇ ਵਿੱਚ ਵੀ ਇਹਦੇ ਫਾਦਰ ਸਾਹਿਬ ਦੇ ਨਾਂ ਤੇ ਇੱਕ ਘਰ ਹੈ ਤੇ ਉੱਥੇ ਹੀ ਰਹਿੰਦਾ ਸੀ ਤੇ 2018 ਦੇ ਵਿੱਚ ਇਸ ਦੀ ਲਵ ਮੈਰਿਜ ਇੱਕ ਲੜਕੀ ਦੇ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਇਸ ਦੀ ਜ਼ਿੰਦਗੀ ਦੇ ਵਿੱਚ ਹੜਕੰਪ ਮਚ ਜਾਂਦਾ ਹੈ, ਇੱਕ ਭੁਚਾਲ ਆ ਜਾਂਦਾ ਕਿਉਂਕਿ 2 ਮਹੀਨਿਆਂ ਬਾਅਦ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਜਿਹੜੇ ਕਿ ਆਰੋਪ ਕਰਨ ਵੱਲੋਂ ਲਗਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਧਮਕਾਇਆ ਡਰਾਇਆ ਜਾ ਰਿਹਾ ਹੈ, ਉਹਨਾਂ ਵੱਲੋਂ ਗੁੰਡੇ ਹੈ ਘਰ ਭੇਜੇ ਜਾ ਰਹੇ ਨੇ ਤੇ ਇੱਕ ਚੰਗੀ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਰਨ ਨੂੰ ਇਹ ਵੀ ਕਿਹਾ ਜਾ ਰਿਹਾ ਜੇਕਰ ਤੂੰ ਉਹ ਰਕਮ ਨਹੀਂ ਦੇਂਗਾ ਤਾਂ ਤੁਹਾਨੂੰ ਦੂਸਰੇ ਕੇਸ ਦੇ ਵਿੱਚ ਫਸਾ ਦਿੱਤਾ ਜਾਵੇਗਾ। ਨੌਜਵਾਨ ਜਦੋਂ ਸਾਡੇ ਆਫਿਸ ਦੇ ਵਿੱਚ ਆਉਂਦਾ ਹੈ ਤੇ ਇਸ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ, ਪਰ ਇੱਕ ਆਸ ਵੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਤੇ ਪ੍ਰਸ਼ਾਸਨ ਹੀ ਮੈਨੂੰ ਇਨਸਾਫ ਦਿਵਾਏਗਾ। ਇਸ ਸੰਬੰਧ ਦੇ ਵਿੱਚ ਅਸੀਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਉਹਨਾਂ ਦਾ ਇਸ ਮੁੱਦੇ ਤੇ ਕੀ ਕਹਿਣਾ ਹੈ। जी साक्षी, मैं प्रियंका साक्षी बोल रहा हूँ। हाँ जी साक्षी, मैं प्रियंका बोल रही हूँ लुधियाना लाइव तो। हाँ जी मैम। हाँ जी, से ਤੁਹਾਡੇ ਨਾ ਐਕਚੁਅਲੀ ਹਸਬੰਡ ਆਏ ਸੀਗੇ ਉਰੇ, ਉਹਨਾਂ ਨੇ ਕੁਝ ਐਲੀਗੇਸ਼ਨਸ ਲਗਾਏ ਨੇ ਤੁਹਾਡੇ ਤੇ। ਤੁਸੀਂ ਕਿੱਥੋਂ ਬੋਲ ਰਹੇ ਹੋ? ਲੁਧਿਆਣਾ ਲਾਈਵ ਨਿਊਜ਼ ਚੈਨਲ ਤੋਂ। ਲਾਈਵ ਨਿਊਜ਼ ਤੋਂ ਬੋਲ ਰਹੇ ਹੋ? हाँ जी। ਅੱਛਾ ਜੀ। ਤੇ ਤੁਹਾਡੇ ਹਸਬੰਡ ਨੇ ਕੁਝ ਐਲੀਗੇਸ਼ਨਸ ਲਗਾਏ ਨੇ ਤੁਹਾਡੇ ਤੇ। हाँ जी। ਤੇ ਕੀ ਕਹਿਣਾ ਚਾਹੋਗੇ ਉਸ ਮਾਮਲੇ ਤੇ ਤੁਸੀਂ? मैम देखो, मैं कुछ नहीं कहना चाहती, ਇਹਨੂੰ ਤੁਸੀਂ ਇੰਨੀ ਗੱਲ ਕਰੋ, ਇਹਨੇ ਜੋ ਕਰਨਾ ਇਹਨੂੰ ਕਰ ਲਵੇ ਬਸ। ਮੇਰਾ ਕੋਰਟ 'ਚ ਕੇਸ ਚੱਲ ਰਿਹਾ, ਹੁਣ ਮੈਂ ਕੋਰਟ ਦੇ ਥਰੂ ਹੀ ਇਹਦੇ ਨਾਲ ਗੱਲ ਕਰਾਂਗੀ। ਠੀਕ ਹੈ ਮੈਮ, ਓਕੇ। ਹਾਂਜੀ, ਇਹਨੂੰ ਕੋਲ ਲਾਈਵ ਨਿਊਜ਼ ਹੈ ਨਾ, ਹੁਣ ਇਹਨੂੰ ਕੋਲ ਲਾਈਵ ਨਿਊਜ਼ ਹੀ ਬੈਠੇ ਔਰ ਆਪਣੀਆਂ ਭੈਣਾਂ ਦੀ ਵੀ ਵੇਟ ਕਰੇ ਹੁਣ ਉੱਥੇ ਬਸ। ਠੀਕ ਹੈ। ਸੋ ਜਦੋਂ ਅਸੀਂ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਲੜਕੀ ਨੇ ਇਹ ਜਿਹੜਾ ਕਿ ਸਾਫ਼-ਸਾਫ਼ ਕਿਹਾ ਕਿ ਮੈਂ ਇਸ ਲੜਕੇ ਦੇ ਨਾਲ ਕੋਰਟ ਦੇ ਵਿੱਚ ਨਿਪਟ ਲਵਾਂਗੀ, ਕੋਰਟ ਦੇ ਵਿੱਚ ਹੀ ਇਸ ਨੂੰ ਦੇਖਾਂਗੀ ਤੇ ਲੜਕੇ ਦੀ ਭੈਣਾਂ ਬਾਰੇ ਵੀ ਉਸਨੇ ਜਿਹੜੀ ਕਿ ਇੱਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਤੁਸੀਂ ਆਪ ਸੁਣ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਿ ਵਾਕਿਆ ਹੀ ਲੜਕਿਆਂ ਦੇ ਨਾਲ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਕਿ ਲੜਕਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਲੜਕੀਆਂ ਵੱਲੋਂ, ਜੇਕਰ ਕੀਤਾ ਜਾਂਦਾ ਹੈ ਤਾਂ ਆਖਿਰਕਾਰ ਕਿਹੜੇ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ ਜੋ ਕਿ ਇਸ ਮਾਮਲੇ ਦੀ ਸੱਚਾਈ ਹੈ ਜਿਹੜੀ ਕਿ ਸਾਹਮਣੇ ਲਿਆ ਕੇ ਰੱਖ ਸਕਣ। ਸੋ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਵੀਡੀਓ ਸਹੀ ਲੱਗਦੀ ਹੈ ਤੇ ਤੁਹਾਨੂੰ ਵੀ ਲੱਗਦਾ ਹੈ ਕਿ ਅਜਿਹਾ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਫੈਮਿਲੀ ਦੇ ਵਿੱਚ ਕਿਸੇ ਨਾਲ ਹੋ ਰਿਹਾ, ਤੁਸੀਂ ਵੀ ਕੈਮਰੇ ਅੱਗੇ ਬੋਲਣਾ ਚਾਹੁੰਦੇ ਹੋ ਤਾਂ ਸਾਨੂੰ ਇਨਬਾਕਸ ਕਰ ਸਕਦੇ ਹੋ ਲੁਧਿਆਣਾ ਲਾਈਵ ਦੇ ਇਸ ਨਿਊਜ਼ ਚੈਨਲ ਦੇ ਵਿੱਚ। ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਪ੍ਰਿਯੰਕਾ ਸ਼ਰਮਾ।